ਸਤਿ ਸ਼੍ਰੀ ਅਕਾਲ ਤੇ ਵੈਲਕਮ ਸਾਰਿਆਂ ਦਾ ਜੀ ਸਾਡੇ ਐਮਕਨ ਇਮੀਗ੍ਰੇਸ਼ਨ ਦੇ YouTube ਚੈਨਲ ਦੇ ਉੱਪਰ। ਮੇਰਾ ਨਾਮ ਪ੍ਰਿਥੀਪਾਲ ਸਿੰਘ ਹੈ, ਮੈਂ ਮੈਂਬਰ ਹਾਂ ICCRC ਦਾ। ਅੱਜ ਇੱਕ ਬੜੀ ਇੰਪੋਰਟੈਂਟ ਡਿਸਕਸ਼ਨ ਕਰ ਰਹੇ ਹਾਂ ਇੱਕ ਪ੍ਰੋਵਿੰਸ ਨੂੰ ਲੈ ਕੇ ਔਰ ਇੱਕ ਯੂਨੀਵਰਸਿਟੀ ਨੂੰ ਲੈ ਕੇ, ਜਿੱਥੇ ਆਮ ਤੌਰ 'ਤੇ ਸਾਡੇ ਇੰਡੀਅਨ ਸਟੂਡੈਂਟਸ ਘੱਟ ਜਾਂਦੇ ਨੇ, ਬਟ ਦੇਅਰ ਆਰ ਵੈਰੀ ਗੁੱਡ ਓਪਰਚੁਨਿਟੀਜ਼। ਹੁਣ ਐਟਲਾਂਟਿਕ ਇਮੀਗ੍ਰੇਸ਼ਨ ਪਾਇਲਟ ਪ੍ਰੋਜੈਕਟ ਆ ਜਿਹਨੂੰ ਬਹੁਤ ਲੋਕ ਜਾਣਦੇ ਨੇ, ਵਨ ਆਫ ਦਾ ਐਟਲਾਂਟਿਕ ਪ੍ਰੋਵਿੰਸਿਸ ਆ ਜਿੱਥੇ ਬਹੁਤ ਤਰ੍ਹਾਂ ਦੀਆਂ ਓਪਰਚੁਨਿਟੀਜ਼ ਸਟੂਡੈਂਟਸ ਲਈ, ਨਾ ਸਿਰਫ ਚੰਗੀ ਪੜ੍ਹਾਈ ਦੀਆਂ ਓਪਰਚੁਨਿਟੀਜ਼ ਹੈਗੀਆਂ ਨੇ, ਐਂਡ ਇਨ ਅ ਰੀਜ਼ਨੇਬਲ ਫੀਸ। ਉਹ ਫੀਸ ਜਿਹੜੀ ਅਸੀਂ ਆਮ ਕਾਲਜ ਦੇ ਡਿਪਲੋਮੇ ਲਈ ਖਰਚ ਕਰਦੇ ਹਾਂ, ਨਾਲ ਦੀ ਨਾਲ ਪੜ੍ਹਾਈ ਖਤਮ ਹੋਣ ਤੋਂ ਬਾਅਦ ਤੁਹਾਡੇ ਕੋਲ ਬਹੁਤ ਚੰਗੀਆਂ ਜੌਬ ਦੀ ਓਪਰਚੁਨਿਟੀਜ਼, ਪਲੱਸ ਤੁਹਾਨੂੰ ਈਜ਼ੀ ਇਮੀਗ੍ਰੇਟ ਕਰਕੇ ਕੈਨੇਡਾ ਦੇ ਵਿੱਚ ਸੈਟਲ ਹੋਣ ਦੀਆਂ ਓਪਰਚੁਨਿਟੀਜ਼ ਹੈਗੀਆਂ ਨੇ। ਮੇਰੇ ਨਾਲ ਹੈਗੇ ਨੇ ਮਿਸਟਰ ਰਵਿੰਦਰ ਕੁਮਾਰ, ਜਿਹੜੇ ਕਿ ਨਾਰਥ ਇੰਡੀਆ ਦੇ ਮੈਨੇਜਰ ਨੇ। ਸੇਂਟ ਥੋਮਸ ਯੂਨੀਵਰਸਿਟੀ ਆ ਜਿਹੜੀ ਫਰੈਡਰਿਕਟਨ ਨਿਊ ਬਰੰਜ਼ਵਿਕ ਐਟਲਾਂਟਿਕ ਪ੍ਰੋਵਿੰਸਿਸ ਦੇ ਵਿੱਚ ਇੱਕ ਪ੍ਰੋਵਿੰਸ ਆਉਂਦਾ ਵਾ, ਨਾਲ ਦੇ ਨੋਵਾ ਸਕੋਸ਼ੀਆ ਵਾ, ਪ੍ਰਿੰਸ ਐਡਵਰਡ ਆਈਲੈਂਡ ਆ, ਇੱਕ ਸਾਈਡ ਤੇ ਕਿਊਬਿਕ ਦਾ ਵੀ ਕੁਛ ਹਿੱਸਾ ਇਹਨੂੰ ਟੱਚ ਕਰਦਾ ਵਾ। ਐਂਡ ਫਰੈਡਰਿਕਟਨ ਜਿਹੜੀ ਜਗ੍ਹਾ ਹੈਗੀ ਆ ਉਹ ਇਹਦੀ ਕੈਪੀਟਲ ਸਿਟੀ ਆ, ਰਾਜਧਾਨੀ ਆ ਨਿਊ ਬਰੰਜ਼ਵਿਕ ਦੀ। ਉਹਦੇ ਵਿੱਚ ਯੂਨੀਵਰਸਿਟੀ ਆ ਸੇਂਟ ਥੋਮਸ ਯੂਨੀਵਰਸਿਟੀ। ਇਸ ਯੂਨੀਵਰਸਿਟੀ ਦੇ ਪ੍ਰੋਗਰਾਮਸ ਔਰ ਹੋਰ ਕੀ ਆਪਸ਼ਨਸ ਹੈਗੀਆਂ ਇੰਟਰਨੈਸ਼ਨਲ ਸਟੂਡੈਂਟਸ, ਖਾਸ ਤੌਰ 'ਤੇ ਸਾਡੇ ਨਾਰਥ ਇੰਡੀਆ ਦੇ ਸਟੂਡੈਂਟਸ ਲਈ, ਉਹਦੇ ਬਾਰੇ ਆਪਾਂ ਡਿਸਕਸ਼ਨ ਕਰਾਂਗੇ। ਪਹਿਲਾਂ ਵੈਲਕਮ ਕਰਦੇ ਹਾਂ ਰਵਿੰਦਰ ਕੁਮਾਰ ਜੀ ਦਾ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ। ਉਮੀਦ ਕਰਦਾ ਤੁਸੀਂ ਸਾਰੇ ਚੰਗੇ ਹੋ ਤੇ ਸੁਰੱਖਿਅਤ ਹੋ ਕੋਵਿਡ ਦੇ ਇਸ ਪੈਂਡੇਮਿਕ ਦੌਰ 'ਚ। ਤੁਸੀਂ ਸਰ ਹਿੰਦੀ ਬੋਲਣਾ ਚਾਹੁੰਦੇ, ਯੂ ਕੈਨ ਡੂ ਇਟ ਇਨ ਹਿੰਦੀ ਐਜ਼ ਵੈਲ, ਇਟ ਇਜ਼ ਓਕੇ, ਦੈਟ ਇਜ਼ ਪਰਫੈਕਟਲੀ ਫਾਈਨ। ਸੋ ਟੈਲ ਮੀ ਸਮਥਿੰਗ ਇਨੀਸ਼ੀਅਲੀ ਅਬਾਊਟ ਦਾ ਯੂਨੀਵਰਸਿਟੀ। ਕੀ ਯੂਨੀਵਰਸਿਟੀ ਹੈ, ਕਦ ਐਸਟੈਬਲਿਸ਼ਮੈਂਟ ਹੋਈ ਹੈ, ਇਹਦੇ ਬਾਰੇ ਦੱਸੋ। Sure. So, sir, St. Thomas University is located in Fredericton, as I shared with you. We are 110-year-old university located in Fredericton City, established in 1910. So, we are more than 110-year-old. We are an exclusive liberal art focused university who deliver programs, the career-oriented programs to the community and to the students from different countries of the globe. And about university, so we are exclusive liberal art university in Canada. ਅੰਡਰਗ੍ਰੈਜੂਏਟ ਕੋਰਸਿਸ ਨੇ ਨਾ ਕੋਲ ਮੈਕਸਿਮਮ ਜਿਹੜੇ ਹੈਗੇ ਨੇ, ਆਰਟਸ ਦੇ ਬਹੁਤ ਸਾਰੇ ਪ੍ਰੋਗਰਾਮ ਨੇ, ਇਸ ਤੋਂ ਇਲਾਵਾ ਕੁਝ ਕਾਮਰਸ ਵਾਲੇ ਸਟੂਡੈਂਟਸ ਲਈ, ਕੁਝ ਮੈਡੀਕਲ ਵਾਲੇ ਸਟੂਡੈਂਟਸ ਲਈ, ਹੋਰ ਵੀ ਕੁਝ ਆਪਸ਼ਨਸ ਹੈਗੇ ਨੇ। ਆਪਾਂ ਡਿਟੇਲ ਦੇ ਵਿੱਚ ਅੱਗੇ ਇਸ ਚੀਜ਼ ਬਾਰੇ ਡਿਸਕਸ ਕਰਾਂਗੇ। ਤੇ ਕਿਹੜੇ ਕਿਹੜੇ ਪ੍ਰੋਗਰਾਮ ਤੁਹਾਡੇ ਕੋਲ ਪਪੂਲਰ ਪ੍ਰੋਗਰਾਮਸ ਹੈਗੇ ਨੇ ਇਸ ਯੂਨੀਵਰਸਿਟੀ ਦੇ ਵਿੱਚ? ਮਿਸਟਰ ਗਿੱਲ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀ, ਸਾਡੇ ਕੋਲ ਮੈਡੀਕਲ ਸਟੂਡੈਂਟ ਵਾਸਤੇ ਜੋਰੋਂਟੋਲੋਜੀ ਦਾ ਪ੍ਰੋਗਰਾਮ ਹੈ, ਜਿਹਦੇ ਵਿੱਚ ਐਡਲਟ ਕੇਅਰ, ਏਜਿੰਗ, ਸਕਿਨ ਤੋਂ ਰਿਲੇਟਡ ਪ੍ਰੋਗਰਾਮਸ ਆਫਰ ਕਰ ਰਹੇ ਨੇ। ਦੈਨ ਫॉर ਦ ਸਟੂਡੈਂਟਸ ਹੂ ਆਰ ਮੋਰ ਇੰਟਰਸਟਿਡ ਇਨ ਜਰਨਲਿਜ਼ਮ, ਵੀ ਹੈਵ ਜਰਨਲਿਜ਼ਮ ਪ੍ਰੋਗਰਾਮ ਦੈਟਸ ਅ ਬੈਚਲਰ ਪ੍ਰੋਗਰਾਮ ਆਫ 4 years, ਜਿਹਦੇ ਵਿੱਚ ਸਾਡਾ ਐਸੋਸੀਏਸ਼ਨ ਜਿਹੜਾ ਹੈ ਉਹ CNBC ਬ੍ਰੌਡਕਾਸਟਿੰਗ ਨੈਟਵਰਕ ਦੇ ਨਾਲ ਹੈ, which is the biggest broadcasting network of Canada. That's again add value to their curriculum resume to upgrade their skills. Then we have anthropology, in which you can apply with the proceed with the forensics. Then we have psychology, we have sociology, we have Bachelor of Social Work. So comparatively we have variety of programs which are catered to the students from all the ਇਹਨਾਂ ਕੋਲ ਬੈਚਲਰਸ ਨੇ 4 year ਦੀਆਂ, ਜਿੱਥੇ ਬੈਚਲਰ ਆਫ ਸੋਸ਼ਲ ਵਰਕ ਜਿਹੜੀ ਹੈਗੀ ਹੈ, ਇਹ ਸੋਸ਼ਲ ਵਰਕਰਸ ਦੀ ਬਹੁਤ ਹਾਈ ਡਿਮਾਂਡ ਆ ਕੈਨੇਡਾ ਦੇ ਵਿੱਚ, ਐਂਡ ਵੈਰੀ ਪਪੂਲਰ ਅਗਰ ਤੁਸੀਂ ਪ੍ਰੋਗਰਾਮਸ ਨੇ। ਔਰ ਈਵਨ ਜਸਟਿਨ ਟਰੂਡੋ ਸਾਹਿਬ ਨੇ ਹੁਣ ਰੀਸੈਂਟਲੀ ਜਿਹੜੀ ਅਨਾਊਂਸਮੈਂਟ ਕੀਤੀ ਹੈ, ਉਹਦੇ ਵਿੱਚ ਜਿਵੇਂ ਪਰਸਨਲ ਸਪੋਰਟ ਵਰਕਰਸ ਨੇ, ਸੋਸ਼ਲ ਵਰਕ ਹੈਗਾ ਵਾ, ਇਹਦੀ ਬੜੀ ਹਾਈ ਡਿਮਾਂਡ ਔਰ ਬਹੁਤ ਜੌਬ ਓਪਰਚੁਨਿਟੀਜ਼ ਨੇ, ਪਲੱਸ PR ਦੀਆਂ ਬਹੁਤ ਚੰਗੀਆਂ ਆਪਸ਼ਨਸ ਰਹਿੰਦੀਆਂ ਨੇ। ਸੋਸ਼ੋਲੋਜੀ ਵੈਰੀ ਗੁੱਡ ਪ੍ਰੋਗਰਾਮ। ਉਸ ਤੋਂ ਬਾਅਦ ਸਾਈਕੋਲੋਜੀ ਦੇ ਵਿੱਚ ਤੁਸੀਂ ਮੈਡੀਕਲ ਵਾਲੇ ਸਟੂਡੈਂਟਸ ਵੀ ਜਾ ਸਕਦੇ ਨੇ। ਜਰਨਟੋਲੋਜੀ ਜਿਵੇਂ ਬਜ਼ੁਰਗਾਂ ਦੀ ਦੇਖਭਾਲ ਹੁੰਦੀ ਹੈ, ਕਾਈਂਡ ਆਫ ਨਰਸਿੰਗ ਦੇ ਰਿਲੇਟਡ ਪ੍ਰੋਗਰਾਮ ਆ, ਇਹਦੇ ਵੀ ਜਾ ਸਕਦੇ ਹੋ। ਕਾਮਰਸ ਵਾਲੇ ਸਟੂਡੈਂਟਸ ਲਈ ਵੀ ਕੋਈ ਆਪਸ਼ਨਸ ਹੈਗੀਆਂ ਨੇ? ਵੀ ਹੈਵ ਬੈਚਲਰ ਆਫ ਇਕਨੋਮਿਕਸ ਮਿਸਟਰ ਗਿੱਲ, ਜਿਹਦੇ 'ਚ ਅਗੇਨ ਇਹ ਵੀ 4 ਸਾਲ ਦੀ ਡਿਗਰੀ ਪ੍ਰੋਗਰਾਮ ਹੈ, ਜਿਹਦੇ 'ਚ ਸਾਡਾ ਐਸੋਸੀਏਸ਼ਨ ਜਿਹੜਾ ਹੈ ਐਕਸਕਲੂਸਿਵ ਐਸੋਸੀਏਸ਼ਨ ਹੈ with Harvard Business School, so that's again add value to the education system. ਹਾਰਵਰਡ ਬਿਜ਼ਨਸ ਸਕੂਲ ਦੇ ਨਾਲ ਵੀ ਐਸੋਸੀਏਸ਼ਨ ਹੈਗੀ, ਜਿੱਥੇ ਤੁਸੀਂ ਵਰਕਸ਼ਾਪਸ ਤੇ ਤੁਸੀਂ ਹੋਰ ਵੀ ਚੀਜ਼ਾਂ ਜਿਹੜੀਆਂ ਇਸ ਪ੍ਰੋਗਰਾਮ ਦੇ ਥਰੂ ਉੱਥੋਂ ਕਰਵਾਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਕੋਈ ਤੁਸੀਂ ਲਾਅ ਦੀ ਡਿਗਰੀ ਦੀ ਗੱਲ ਕਰ ਰਹੇ ਸੀ, ਕੋਈ ਲਾਅ ਦੀ ਵੀ ਆਪਣੇ ਕੋਲ ਡਿਗਰੀ ਹੈ? So we have political science and law programs. Again bachelor of arts ਦੇ ਅੰਦਰ ਹੀ law ਦੇ ਵਿੱਚ ਹੈਗੀ ਆ, 4 ਸਾਲ ਦਾ ਪ੍ਰੋਗਰਾਮ ਹੈ। ਇਹਦੇ ਨਾਲ ਜਿਵੇਂ ਇੱਕ ਸਪੈਸ਼ਲ ਪ੍ਰੋਗਰਾਮ ਵੀ ਹੈ ਸਾਡੇ ਕੋਲ, ਜਿਵੇਂ ਅੱਜ ਕੱਲ ਅਸੀਂ ਵੇਖ ਰਹੇ ਹਾਂ
global warming बहुत चल रही है. अच्छा जी. So we have program related to environment and society. ਅੱਛਾ ਕਿ ਜੀ. ਵੀ ਕਿਵੇਂ ਆਪਾਂ ਸੋਸਾਇਟੀ ਨੂੰ ਅਵੇਅਰ ਕਰ ਸਕਦੇ ਹਾਂ ਵੀ ਆਉਣ ਵਾਲੀ ਗਲੋਬਲ ਵਾਰਮਿੰਗ ਤੋਂ ਜਿਹੜਾ ਸਾਡੇ ਕੰਟਰੀਆਂ 'ਚ ਜਾਂ ਸਾਡੇ ਗਲੇਸ਼ੀਅਰਸ ਨੇ ਜਾਂ ਓਵਰਆਲ এনवायरमेंट ਦੀ ਜੇ ਆਪਾਂ ਗੱਲ ਕਰੀਏ ਕਿਵੇਂ ਇਫੈਕਟ ਕਰ ਰਹੀਆਂ ਨੇ ਤੇ ਆਪਾਂ ਇਹੋ ਜਿਹੇ ਸਟੈਪ ਲੈ ਸਕਦੇ ਹਾਂ ਜਿਨ੍ਹਾਂ ਦੇ ਕਰਕੇ ਆਪਾਂ ਆਪਣੀ ਇਸ ਖੂਬਸੂਰਤ ਜੀ ਧਰਤੀ ਨੂੰ ਸੇਵ ਕਰ ਸਕਦੇ ਹਾਂ. ਦੇਖੋ ਬਹੁਤ ਸਾਰੇ ਜੌਬ ਓਪਰਚੁਨਿਟੀਜ਼ ਇਸ ਫੀਲਡ ਦੇ ਵਿੱਚ ਵੀ ਹੈਗੀਆਂ ਨੇ, ਬੜੇ ਵੈਰਾਈਟੀ ਆਫ ਪ੍ਰੋਗਰਾਮਸ ਨੇ, ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਹੋ ਕਦੇ ਤੁਹਾਡਾ ਮਨ ਕਰੇ. ਬੈਚਲਰਸ ਕਰਨ ਦਾ ਫਾਇਦਾ ਇਹ ਹੁੰਦਾ ਵਾ, ਇਹ ਸਭ ਤੋਂ ਵੱਡੀ ਗੱਲ ਐਡਵਾਂਟੇਜ ਹੁੰਦੀ ਹੈ ਕਿ ਤੁਹਾਨੂੰ ਪੀਆਰ ਲਈ ਔਰ ਪਲੱਸ ਜੌਬ ਆਪਸ਼ਨ ਜਿਹੜੀਆਂ ਹੁੰਦੀਆਂ ਨੇ ਬਹੁਤ ਚੰਗੀਆਂ ਹੁੰਦੀਆਂ ਨੇ. ਤੇ ਇਹਨਾਂ ਦੇ ਬਾਰੇ ਐਡਮਿਸ਼ਨ ਕੰਡੀਸ਼ਨਸ ਦੀ ਗੱਲ ਕਰੀਏ ਤਾਂ ਕੀ ਐਡਮਿਸ਼ਨ ਕੰਡੀਸ਼ਨਸ ਹੁੰਦੀਆਂ ਨੇ ਇਹ ਸਾਰੇ ਪ੍ਰੋਗਰਾਮਸ ਲਈ? ਸਰ ਇਹਨਾਂ ਸਾਰਾ ਪ੍ਰੋਗਰਾਮਸ ਦੇ ਲਈ ਸਾਡਾ ਜਿਹੜਾ ਐਂਟਰੀ ਕ੍ਰਾਈਟੇਰੀਆ ਦੈਟ ਇਜ਼ 70% ਓਵਰਆਲ. ਅੱਛਾ ਜੀ. with 6.5 band not less than 6. ਓਕੇ. ਕੁਝ ਕੇਸਿਸ ਦੇ ਵਿੱਚ ਐਗਜ਼ੈਂਪਸ਼ਨ ਵੀ ਮਿਲ ਜਾਂਦੀ ਹੈ ਅਗਰ ਤੁਹਾਡੀ 6 ਈਚ ਵੀ ਹੈਗੇ ਨੇ ਬਟ ਤੁਹਾਡਾ ਐਕੈਡਮਿਕ ਸਕੋਰ ਬਹੁਤ ਚੰਗਾ ਵਾ, ਫਿਰ ਯੂਨੀਵਰਸਿਟੀ ਤੁਹਾਨੂੰ ਹੋਰ ਤਰੀਕੇ ਨਾਲ ਵੀ ਤੁਸੀਂ ਐਡਮਿਸ਼ਨ ਯੂਨੀਵਰਸਿਟੀ ਵਿੱਚ ਲੈ ਸਕਦੇ ਹੋ. ਔਰ ਇਹਦੇ ਕਿਹੜੇ ਸੈਸ਼ਨਸ ਕਿਹੜੇ ਰਹਿੰਦੇ ਨੇ ਜੀ? ਸਰ ਦੋ ਹੀ ਸੈਸ਼ਨਸ ਅਸੀਂ ਆਫਰ ਕਰ ਰਹੇ ਹਾਂ. ਵਨ ਇਜ਼ ਜਨਵਰੀ ਇਨਟੇਕ ਐਂਡ ਅਨਦਰ ਵਨ ਇਜ਼ ਸੈਪਟੈਂਬਰ ਇਨਟੇਕ. ਤੇ ਟਿਊਸ਼ਨ ਕਾਸਟ ਕਿੰਨੀ ਕੁ ਰਹਿੰਦੀ ਹੈ ਪ੍ਰੋਗਰਾਮਸ ਲਈ? ਸਰ ਟਿਊਸ਼ਨ ਕਾਸਟ ਸਾਡੀ ਜਿਹੜੀ ਹੈ ਉਹ ਬਹੁਤ ਹੀ ਅਫੋਰਡੇਬਲ ਹੈ. ਦੈਟ ਕਾਸਟ ਯੂ $17,208. ਅੱਛਾ ਜੀ. ਤੇ ਜੇ ਆਪਾਂ ਕਾਲਜ ਦੀ ਜਾਂ ਡਿਪਲੋਮਾ ਪ੍ਰੋਗਰਾਮਸ ਦੇ ਕੰਪੈਰੀਜ਼ਨ ਕਰੀਏ ਤਾਂ ਅਫੋਰਡੇਬਲ ਕ੍ਰਾਈਟੇਰੀਆ ਦੇ ਵਿੱਚ ਹੀ ਆਪਾਂ ਡਿਗਰੀ ਪ੍ਰੋਗਰਾਮ ਕਰ ਰਹੇ ਹਾਂ, ਨਾਲੇ ਯੂਨੀਵਰਸਿਟੀ ਤੋਂ ਕਰ ਰਹੇ ਹਾਂ, ਵਿਚ ਇਜ਼ ਅ ਪਬਲਿਕ ਯੂਨੀਵਰਸਿਟੀ. ਬਿਲਕੁਲ. ਔਰ ਵੱਡੀ ਗੱਲ ਹੈ ਪਬਲਿਕ ਯੂਨੀਵਰਸਿਟੀ, ਸਰਕਾਰੀ ਯੂਨੀਵਰਸਿਟੀ ਹੈ, ਗਵਰਨਮੈਂਟ ਯੂਨੀਵਰਸਿਟੀ, 110 ਸਾਲ ਪੁਰਾਣੀ. ਟਿਊਸ਼ਨ ਫੀਸ $17,000 ਹੈਗੀ ਆ. ਆਮ ਅਗਰ ਤੁਸੀਂ ਟੋਰਾਂਟੋ ਸਾਈਡ ਬਰੈਂਪਟਨ ਟੋਰਾਂਟੋ ਦੇਖਦੇ ਹੋ ਜਾਂ ਸਰੀ ਵੈਂਕੂਵਰ ਦੇਖਦੇ ਹੋ, 17,000 ਤੋਂ ਲੈ ਕੇ 20,000 ਦੀ ਕਾਸਟ ਕਰਦੀ ਆ ਡਿਪਲੋਮਾ ਪ੍ਰੋਗਰਾਮ. ਉੱਥੇ ਯੂਨੀਵਰਸਿਟੀ ਦੀ ਗੱਲ ਕਰਦੇ ਹਾਂ ਆਪਾਂ ਤੇ 20,000 ਪਲੱਸ ਟਿਊਸ਼ਨ ਕਾਸਟ ਹੈਗੀ ਆ 1 ਸਾਲ ਦੀ ਡਿਪਲੋਮਾ ਪ੍ਰੋਗਰਾਮ ਲਈ. ਡਿਗਰੀ ਲਈ ਵੀ 20,000 ਪਲੱਸ ਕਾਸਟ ਹੈਗੀ ਆ ਤੇ ਵੈਰੀ ਰੀਜ਼ਨੇਬਲ ਟਿਊਸ਼ਨ ਫੀਸ ਹੈਗੀ ਆ. ਤੇ ਕੋਆਪ ਦੀਆਂ ਵੀ ਕੁਝ ਆਪਸ਼ਨਸ ਹੈਗੀਆਂ ਤੁਹਾਡੇ ਤੋਂ ਦੱਸ ਰਹੇ ਸੀ ਮੈਕਸਿਮਮ ਪ੍ਰੋਗਰਾਮਸ ਵਿੱਚ ਤੁਹਾਡੇ? ਬਿਲਕੁਲ ਸਰ, ਸਾਡੇ ਕੋਲ ਪੇਡ ਇੰਟਰਨਸ਼ਿਪ ਜਾਂ ਤੁਸੀਂ ਕਹਿ ਸਕਦੇ ਹੋ ਕੋਆਪ ਪ੍ਰੋਗਰਾਮਸ ਅਵੇਲੇਬਲ ਨੇ. ਦੇ ਆਰ ਪੇਡ, ਮੈਚ ਵਿਦ ਦਾ ਪ੍ਰੋਗਰਾਮ ਐਂਡ ਦੀ ਅਕੈਡਮਿਕ ਰਿਕਾਰਡਸ. ਵੈਰੀ ਗੁੱਡ. ਰਿਲੇਵੈਂਸੀ ਦੇ ਨਾਲ. ਤੇ ਇਨ ਕੇਸ ਜੇ ਕੋਈ ਪ੍ਰੋਗਰਾਮ ਇਹੋ ਜਿਹਾ ਵੀ ਬੱਚਾ ਪਿਕ ਕਰਦਾ ਹੈ ਜਿਹਦੇ 'ਚ ਪੇਡ ਇੰਟਰਨਸ਼ਿਪ ਨਹੀਂ ਮਿਲਦੀ ਤਾਂ ਅਸੀਂ ਵੀ ਆਫਰ ਕ੍ਰੈਡਿਟ ਟੂਵਰਡਸ देयर डिग्री. So that's again a helpful thing for the student. ਮੈਕਸਿਮਮ ਡਿਗਰੀਜ਼ ਦੇ ਕੋਲ ਤੁਹਾਡੇ ਕੋਆਪ ਹੈਗੀ ਆ? ਬਿਲਕੁਲ ਸਰ. ਔਰ ਕੋਆਪ ਤੁਸੀਂ ਦੱਸਦੇ ਸੀ ਮੈਨੂੰ ਕਿ ਕਈ ਕੋਰਸਿਸ ਵਿੱਚ ਫਸਟ ਈਅਰ ਤੋਂ ਸਟਾਰਟ ਹੋ ਜਾਂਦੀ ਹੈ. ਫਸਟ ਈਅਰ ਤੋਂ ਵੀ. ਅਦਰਵਾਈਜ਼ ਸੈਕੰਡ ਈਅਰ ਤੋਂ ਇਹਦਾ ਮਤਲਬ ਤੁਸੀਂ ਅੱਧਾ ਕਿਹੜਾ ਪ੍ਰੋਗਰਾਮ ਆ ਉਹ ਕਲਾਸ ਦੇ ਵਿੱਚ ਕਰਦੇ ਹੋ, ਅੱਧਾ ਤੁਹਾਡਾ ਕੋਆਪ ਹੁੰਦਾ ਔਰ ਪੇਡ ਕੋਆਪ ਆ. ਮੀਨ ਤੁਸੀਂ ਆਪਣੀ ਟਿਊਸ਼ਨ ਫੀਸ ਦਾ ਵੀ ਬਹੁਤ ਸਾਰਾ ਹਿੱਸਾ ਜਿਹੜਾ ਉਹ ਥਰੂ ਕੋਆਪ ਥਰੂ ਇੰਟਰਨਸ਼ਿਪ ਕੱਢ ਸਕਦੇ ਹੋ. ਇਹਦੇ ਨਾਲ ਤੁਹਾਨੂੰ ਕੱਲ੍ਹ ਨੂੰ ਵਰਕ ਐਕਸਪੀਰੀਅੰਸ ਹੋਣਾ ਕੈਨੇਡੀਅਨ, ਔਰ ਨਾਲ ਦੀ ਨਾਲ ਤੁਹਾਨੂੰ ਕੱਲ੍ਹ ਨੂੰ ਇਮੀਗ੍ਰੇਟ ਕਰਨਾ ਵੀ ਕਾਫੀ ਆਸਾਨ ਹੋ ਜਾਂਦਾ ਵਾ. ਤੇ ਲਿਵਿੰਗ ਬਾਰੇ ਦੱਸੋ ਕੁਛ, ਜਿਹੜੀ ਲਿਵਿੰਗ ਹੈਗੀ ਆ ਉਹ ਕਿੱਦਾਂ ਦੀ ਫੈਸਿਲਿਟੀਜ਼ ਅਵੇਲੇਬਲ ਨੇ ਉੱਥੇ? ਸਰ ਜੇ ਆਪਾਂ ਪਾਰਟਿਕੂਲਰਲੀ ਨਿਊ ਬ੍ਰੰਸਵਿਕ ਦੀ ਗੱਲ ਕਰੀਏ ਜਾਂ ਨਿਊ ਬ੍ਰੰਸਵਿਕ ਤੇ ਜਿਵੇਂ ਬੱਚਾ ਸੈਂਟ ਥਾਮਸ ਯੂਨੀਵਰਸਿਟੀ ਆ ਰਿਹਾ ਹੈ ਜਾਂ ਕਿਸੇ ਹੋਰ ਵੀ ਰੈਪੂਟੇਡ ਇੰਸਟੀਟਿਊਸ਼ਨ ਦੇ ਕੋਲ ਆ ਰਿਹਾ ਹੈ ਫ੍ਰੈਡਿਕਟਨ ਦੇ ਵਿੱਚ ਜਾਂ ਅਦਰ ਸਿਟੀਜ਼ 'ਚ, ਤੇ ਲਿਵਿੰਗ ਕਾਸਟ ਜੇ ਆਪਾਂ ਬਾਕੀ ਕੈਨੇਡਾ ਤੋਂ ਕੰਪੇਅਰ ਕਰੀਏ ਜਿਵੇਂ ਵੈਂਕੂਵਰ ਹੈ, ਟੋਰਾਂਟੋ ਹੈ ਜਾਂ ਅਦਰ ਜਿਹੜੀ ਵੀ ਬਿਊਟੀਫੁਲ ਸਿਟੀਜ਼ ਹੈਗੀਆਂ ਸਾਡੀ ਕੰਟਰੀ ਦੀਆਂ, ਉਹਨਾਂ ਦੇ ਕੰਪੈਰੀਜ਼ਨ ਲਈ ਨਿਊ ਬ੍ਰੰਸਵਿਕ ਬੜਾ ਅਫੋਰਡੇਬਲ ਸਿਟੀ ਹੈ. ਜਿਵੇਂ ਸੈਂਟ ਥਾਮਸ ਦੀ ਮੈਂ ਗੱਲ ਕਰਦਾ ਹਾਂ ਤੇ ਅਸੀਂ ਟਿਊਸ਼ਨ ਫੀਸ ਦੇ ਨਾਲ ਬੱਚੇ ਨੂੰ ਫ੍ਰੀ ਟਰਾਂਸਪੋਰਟੇਸ਼ਨ ਦੇ ਰਹੇ ਹਾਂ ਵਿਚ ਸੇਵ ਅ ਲੋਟ ਆਫ ਮਨੀ ਇਨ 4 years. ਕਾਫੀ ਬੱਚੇ ਨੂੰ ਆਪਣੀ ਸੇਵਿੰਗਸ ਦੀ ਮੌਕਾ ਮਿਲ ਜਾਂਦਾ ਹੈ. ਜੇ ਆਪਾਂ ਰੈਜ਼ੀਡੈਂਸ ਦੀ ਗੱਲ ਕਰੀਏ ਤੇ $300 ਤੋਂ ਲੈ ਕੇ $500 ਜਾਂ $600 ਤੱਕ ਯੂ ਗੈਟ ਅ ਬਿਊਟੀਫੁਲ ਅਪਾਰਟਮੈਂਟ ਵਿਦ ਅ ਰੂਮ ਵਿਦ ਆਲ ਦ ਮਾਡਰਨ ਐਮਿਨਿਟੀਜ਼. ਉਹਦੇ ਨਾਲ ਜੇ ਆਪਾਂ $200 ਜਾਂ $300 ਗਰੋਸਰੀਜ਼ ਦਾ ਵੀ ਇੱਕ ਨੋਮੀਨਲ ਮੈਂ ਮਿਨੀਮਮ ਅਮਾਊਂਟ ਲੈ ਕੇ ਚੱਲ ਰਿਹਾ that may vary from person to person. ਤੇ ਜੇ ਆਪਾਂ ਕਨਕਲੂਜਨ ਕੱਢੀਏ ਤਾਂ $700-800 ਦੇ ਵਿੱਚ ਤੁਸੀਂ ਆਊਟਸਾਈਡ ਦੇ ਕੈਂਪਸ ਆਪਣਾ ਸਰਵਾਈਵਲ ਕਰ ਸਕਦੇ ਹੋ. ਜੇ ਕੈਂਪਸ ਫੀਸ ਦੀ ਵੀ ਗੱਲ ਕਰੀਏ, ਹੋਸਟਲ ਬੱਚਾ ਲੈਣਾ ਚਾਹੁੰਦਾ ਤੇ it costs you approximately $800 to $900 where you can get with the meals. With the meal. 2 meals ਦੇ ਨਾਲ. Very good, very good. ਚੰਗੀ So ਆਪਸ਼ਨ. it's affordable. ਅੱਛਾ, ਆਪਾਂ ਗੱਲ ਕਰ ਰਹੇ ਸੀ ਲਿਵਿੰਗ ਦੀ ਚੰਗੀਆਂ ਫੈਸਿਲਿਟੀਜ਼ ਅਵੇਲੇਬਲ ਨੇ. ਵਿਦਿਨ ਕੈਂਪਸ ਵੀ ਹੈਗਾ, ਕੈਂਪਸ ਤੋਂ ਬਾਹਰ ਸਟੂਡੈਂਟ ਰਹਿਣਾ ਚਾਹੁੰਦਾ ਤੇ ਕੈਂਪਸ ਤੋਂ ਬਾਹਰ ਵੀ ਆਪਸ਼ਨਸ ਅਵੇਲੇਬਲ ਹੈਗੀਆਂ ਸਟੂਡੈਂਟਸ ਲਈ. $500-600 ਤੋਂ ਲੈ ਕੇ $700-800 ਦੇ ਵਿੱਚ ਤੁਸੀਂ ਇਨਕਲੂਡਿੰਗ ਤੁਹਾਡੀ ਜਿਹੜੀ ਰੈਂਟ ਹੈਗਾ ਤੇ ਪਲੱਸ ਤੁਹਾਡੀ ਜਿਹੜੀ ਗਰੋਸਰੀ ਹੈਗੀ, ਮੀਨਸ ਖਾਣ ਪੀਣ ਦੇ ਨਾਲ ਮਿਲਾ ਕੇ ਇੰਨੀ ਕਾਸਟ ਤੁਹਾਨੂੰ ਦੇ ਵਿੱਚ ਤੁਸੀਂ 1 ਮਹੀਨੇ ਦੇ ਵਿੱਚ ਗੁਜ਼ਾਰਾ ਕਰ ਸਕਦੇ, ਵਿਚ ਕੁਆਇਟ ਰੀਜ਼ਨੇਬਲ ਅਗਰ ਆਪਾਂ ਬਾਕੀ ਪਾਰਟਸ ਆਫ ਕੈਨੇਡਾ ਦੀ ਗੱਲ ਕਰੀਏ. ਤੇ ਕੋਈ ਸਕਾਲਰਸ਼ਿਪ ਦੀ ਓਪਰਚੁਨਿਟੀਜ਼ ਵੀ ਹੈਗੀਆਂ ਨੇ ਯੂਨੀਵਰਸਿਟੀ ਦੇ ਕੋਲ? ਬਿਲਕੁਲ ਸਰ, ਅਸੀਂ ਸਕਾਲਰਸ਼ਿਪ ਵੀ ਬੱਚੇ ਨੂੰ ਆਫਰ ਕਰਦੇ ਹਾਂ.
ਜਿਵੇਂ ਬੱਚਾ 75% ਤੋਂ ਅਬਵ ਸਕੋਰ ਕਰਦਾ ਹੈ ਜਾਂ ਇਟਸ ਵੀ ਆਫਰ ਐਂਟਰੈਂਸ ਸਕਾਲਰਸ਼ਿਪ। ਬੱਚਾ ਕਹਿੰਦਾ ਐਂਟਰੈਂਸ ਸਕਾਲਰਸ਼ਿਪ ਤੋਂ ਬਾਅਦ ਅੱਗੇ ਦਾ ਕੀ ਸਕੋਪ ਹੈ, ਤੇ ਐਜ਼ ਅ ਗਵਰਨਮੈਂਟ ਯੂਨੀਵਰਸਿਟੀ ਐਂਡ ਅ ਰੈਪੂਟੇਡ ਇੰਸਟੀਟਿਊਸ਼ਨ we support the student with all 4 years on the performance basis। ਬੱਚਾ extra curriculum activities 'ਚ ਇਨਵੋਲਵ ਹੈ, ਜਿਵੇਂ ਮਿਊਜ਼ਿਕ 'ਚ ਹੈ ਜਾਂ ਮਿਊਜ਼ੀਕਲ ਥੀਏਟਰਸ 'ਚ ਹੈ ਜਾਂ ਮੈਂ ਕਹਿੰਦਾ ਸਪੋਰਟਸ 'ਚ ਹੈਗਾ ਬੱਚਾ, ਤੇ ਉਹਨਾਂ ਚੀਜ਼ਾਂ ਨੂੰ ਜਾਂ ਕਿਸੇ ਐਕਸਟਰਾ ਕਰਿਕੂਲਮ ਹੋਰ ਸੋਸ਼ਲ ਵਰਕ 'ਚ ਹੈ ਜਾਂ ਕਿਹੋ ਜਿਹੀ ਵੀ ਇਹੋ ਜਿਹੀਆਂ ਐਕਟੀਵਿਟੀਜ਼ 'ਚ ਬੱਚਾ ਇਨਵੋਲਵ ਹੈ, ਅਸੀਂ ਉਹਨਾਂ ਚੀਜ਼ਾਂ ਨੂੰ ਵੀ ਕੰਸੀਡਰ ਕਰਕੇ ਬੱਚੇ ਨੂੰ ਸਕਾਲਰਸ਼ਿਪ ਦਾ ਆਫਰ ਦਿੰਦੇ ਹਾਂ। ਵੈਰੀ ਗੁੱਡ। ਇਹ ਮੈਨੂੰ ਦੱਸ ਰਹੇ ਸੀ ਕਿ 78% ਤੋਂ ਉੱਪਰ ਅਗਰ ਤੁਹਾਡੇ ਨੰਬਰ ਹੋਣ +2 ਦੇ ਵਿੱਚ, ਜੇ ਅੱਧੀ ਟਿਊਸ਼ਨ ਫੀਸ ਦੀ ਤੁਹਾਨੂੰ ਸਕਾਲਰਸ਼ਿਪ ਮਿਲ ਜਾਂਦੀ ਹੈ 50%, ਪਲੱਸ ਅਗਰ ਤੁਹਾਡੇ ਕੋਲ ਕੁਝ ਹੋਰ ਜਿੱਦਾਂ ਦੱਸਿਆ ਸੀ ਇਹਨਾਂ ਨੇ ਐਕਸਟਰਾ ਕਰਿਕੂਲਰ ਐਕਟੀਵਿਟੀ ਤੁਸੀਂ ਪਾਰਟਿਸਿਪੇਟ ਕਰਦੇ ਹੋ, ਤੁਹਾਡਾ ਕੋਈ ਸਰਟੀਫਿਕੇਸ਼ਨ ਹੈਗੀ ਆ, ਤੇ ਉਹ ਵੀ ਇੱਕ ਐਡਡ ਐਡਵਾਂਟੇਜ ਆ ਤੁਹਾਡੇ ਲਈ। ਦੈਟਸ ਗੁੱਡ। ਅਗਰ ਫਿਰ ਇਹਦਾ ਮਤਲਬ ਤੁਸੀਂ ਤੁਹਾਨੂੰ 4 ਸਾਲਾਂ ਦੇ ਵਿੱਚ ਤੁਸੀਂ ਆਲਮੋਸਟ ਹਾਫ ਟਿਊਸ਼ਨ ਫੀਸ ਥਰੂ ਸਕਾਲਰਸ਼ਿਪ ਵੀ ਕਵਰ ਕਰ ਸਕਦੇ ਹੋ। ਪਾਰਟ ਟਾਈਮ ਜੌਬਸ ਦੀ ਆਪਾਂ ਗੱਲ ਕਰੀਏ, ਪਾਰਟ ਟਾਈਮ ਜੌਬਸ ਦੀ ਕੀ ਆਪਸ਼ਨਸ ਰਹਿੰਦੀਆਂ ਨੇ ਆਪਣੇ ਇੰਡੀਅਨ ਸਟੂਡੈਂਟਸ ਲਈ? ਸਰ ਇੰਡੀਅਨ ਸਟੂਡੈਂਟਸ ਕਹੀਏ ਜਾਂ ਜਿੱਥੇ ਜਿਹੜੀ ਵੀ ਰਿਸਪੈਕਟਡ ਕੰਟਰੀ ਦੇ ਸਟੂਡੈਂਟਸ ਹੈਗੇ ਆ, ਵੀ ਆਰ ਸਪੋਰਟਿੰਗ ਸਟੂਡੈਂਟ ਵਿਦ ਆਲ ਦਾ ਸੇਫਟੀ ਸਪੋਰਟ ਐਂਡ ਪਾਰਟ ਟਾਈਮ ਜੌਬ ਅਪੋਰਚੁਨਿਟੀਜ਼। ਜਿਵੇਂ ਆਪਾਂ ਕੈਂਪਸ ਦੇ ਅੰਦਰ ਦੀ ਗੱਲ ਕਰੀਏ ਤਾਂ ਕੈਂਪਸ ਦੇ ਅੰਦਰ ਵੀ ਪਾਰਟ ਟਾਈਮ ਜੌਬ ਅਪੋਰਚੁਨਿਟੀਜ਼ ਦੇ ਬਹੁਤ ਆਪਸ਼ਨਸ ਨੇ, ਤੇ ਸਿਟੀ ਤੋਂ ਕੈਂਪਸ ਤੋਂ ਬਾਹਰ ਜੇ ਸਿਟੀ ਦੀ ਲੋਕਲ ਗੱਲ ਕਰੀਏ ਤਾਂ ਲੋਕਲ ਸਿਟੀ 'ਚ ਵੀ ਪਲੇਸਮੈਂਟਸ ਦੇ ਕਾਫੀ ਅੱਛੇ ਆਪਸ਼ਨਸ ਨੇ ਪਾਰਟ ਟਾਈਮ ਵਾਸਤੇ। ਜਿਹੜਾ ਮੈਂ ਦੱਸਿਆ ਸੀ ਕੈਂਪਸ ਦੇ ਵਿੱਚ ਵੀ ਆਲਮੋਸਟ ਹਰ ਸਟੂਡੈਂਟ ਕੋਲ ਛੋਟੀ ਯੂਨੀਵਰਸਿਟੀ ਆ, ਬਹੁਤ ਛੋਟੇ ਘੱਟ ਸਟੂਡੈਂਟਸ ਹੁੰਦੇ ਨੇ, ਵਿਦਨ ਕੈਂਪਸ ਵੀ ਬਹੁਤ ਸਾਰੀਆਂ ਜੌਬ ਆਪਸ਼ਨ ਜਿਹੜੀਆਂ ਨੇ ਸਟੂਡੈਂਟਸ ਨੂੰ ਪਾਰਟ ਟਾਈਮ ਮਿਲ ਜਾਂਦੀਆਂ ਨੇ, ਵਿਚ ਆਰ ਵੈਰੀ ਵੈਲ ਪੇਇੰਗ। ਬਾਕੀ ਕੋਪ ਤਾਂ ਮੈਂ ਦੱਸੀ ਤੁਹਾਨੂੰ ਕੋਪ ਮਿਲਦਾ ਹਰ ਪ੍ਰੋਗਰਾਮ ਦੇ ਵਿੱਚ, ਅੱਧਾ ਤੁਹਾਡਾ ਆਲਮੋਸਟ ਜਿਹੜਾ ਤੁਹਾਡੀ ਪੜ੍ਹਾਈ ਆ ਉਹ ਕੋਪ ਦੇ ਥਰੂ ਆ, ਜਿਹਨੂੰ ਆਪਾਂ ਇੰਟਰਨਸ਼ਿਪ ਕਹਿ ਦਿੰਦੇ ਆ, ਤੇ ਤੁਹਾਡਾ ਜਿਹੜਾ ਮੈਕਸਿਮਮ ਖਰਚਾ ਥਰੂ ਕੋਪ ਵੀ ਨਿਕਲਿਆ ਹੁੰਦਾ ਵਾ। ਇਸ ਤੋਂ ਇਲਾਵਾ ਅਗਰ ਆਪਾਂ ਆਫਟਰ ਗ੍ਰੈਜੂਏਸ਼ਨ ਗੱਲ ਕਰੀਏ ਤੇ ਕਿੰਨੀ ਸਕਸੈਸ ਆ ਤੁਹਾਡੇ ਸਟੂਡੈਂਟਸ ਦੀ ਜਿਹੜੀ ਇੰਪਲੋਇਮੈਂਟ ਦੀ, ਕਿੰਨਾ ਗ੍ਰੇਟ ਹੁੰਦਾ ਵਾ? ਸਰ ਜਿਵੇਂ ਮੈਂ ਤੁਹਾਨੂੰ ਦੱਸਿਆ ਸੈਂਟ ਥਾਮਸ ਯੂਨੀਵਰਸਿਟੀ ਸਾਡੀ ਟੈਗਲਾਈਨ ਹੈ ਅ ਸਮਾਲ ਯੂਨੀਵਰਸਿਟੀ ਆਫ ਬਿਗ ਅਪੋਰਚੁਨਿਟੀਜ਼। We are not small in infrastructure. We are not small with the programs. We are a beautiful campus. Success rate ਦੀ ਜੇ ਗੱਲ ਕਰੀਏ 97% ਸਾਡਾ ਸਕਸੈਸ ਰੇਟ ਹੈਗਾ, ਤੇ ਆਲਮੋਸਟ ਐਵਰੀ ਫੀਲਡ ਦੇ ਵਿੱਚ ਸਾਡੇ ਜਿਹੜੇ ਸਟੂਡੈਂਟਸ ਨੇ ਉਹ ਆਲਰੇਡੀ ਅਲਾਈਨ ਨੇ, ਉਹ ਆਪਣੇ ਆਪਣੇ ਪ੍ਰੋਫੈਸ਼ਨਲ ਕਰੀਅਰ ਦੇ ਵਿੱਚ ਅੱਗੇ ਗਰੋ ਕਰ ਰਹੇ ਨੇ, ਤੇ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਸੈਂਟ ਥਾਮਸ ਯੂਨੀਵਰਸਿਟੀ ਤੋਂ ਕੈਨੇਡਾ ਦੇ ਕੁਝ ਨਾਮੀ ਗਿਰਾਮੀ ਹਸਤੀਆਂ ਵੀ ਜੁੜੀ ਹੋਈਆਂ ਨੇ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਸਾਡਾ ਇੱਕ 18th ਪ੍ਰਾਈਮ ਮਿਨਿਸਟਰ ਕੈਨੇਡਾ ਦੇ ਸੈਂਟ ਥਾਮਸ ਯੂਨੀਵਰਸਿਟੀ ਤੋਂ ਪਾਸ ਆਊਟ ਨੇ, ਗ੍ਰੈਜੂਏਟ ਨੇ। ਵੈਰੀ ਗੁੱਡ। ਸੋ ਇੱਕ ਮਾਣ ਸਾਡੇ ਨਾਮ ਦੇ ਵਿੱਚ ਮਾਣ ਵਾਲੀ ਗੱਲ ਆ। 97% ਸਕਸੈਸ ਰੇਟ ਇਜ਼ ਵੈਰੀ ਹਾਈ, ਮੀਨਸ 97% ਲੋਕ ਪੜ੍ਹਾਈ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ ਕਿਤੇ ਨਾ ਕਿਤੇ ਜੌਬ ਮਿਲ ਜਾਂਦੀ ਹੈ। ਔਰ ਦੱਸ ਰਹੇ ਸੀ ਬੜੀ ਵੈਰਾਈਟੀ ਆਫ ਫੀਲਡ ਦੇ ਵਿੱਚ ਤੁਹਾਨੂੰ ਜੌਬਸ ਮਿਲ ਜਾਂਦੀਆਂ ਨੇ। ਇਵਨ ਗੂਗਲ ਦੇ ਨਾਲ ਲੋਕ ਕੰਮ ਕਰ ਰਹੇ ਨੇ, ਉਸ ਤੋਂ ਬਾਅਦ ਬਹੁਤ ਤਰ੍ਹਾਂ ਦੇ ਹਸਪੀਟਲਸ ਨੇ ਜਿੱਥੇ ਲੋਕ ਕੰਮ ਕਰ ਰਹੇ ਨੇ, ਗਵਰਨਮੈਂਟ ਏਜੰਸੀਜ਼ ਦੇ ਨਾਲ ਕੰਮ ਕਰ ਰਹੇ ਨੇ, ਪ੍ਰਾਈਵੇਟ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਨੇ ਵੱਡੀ ਆਰਗੇਨਾਈਜੇਸ਼ਨ, ਉਹਨਾਂ 'ਚ ਕੰਮ ਕਰ ਰਹੇ ਨੇ, NGO 'ਚ ਕੰਮ ਕਰ ਰਹੇ ਨੇ। ਸੋ ਦੇਰ ਆਰ ਪਲੈਂਟੀ ਆਫ ਓਪਰਚੁਨਿਟੀਜ਼। ਆਖਿਰ 'ਚ ਅਗਰ ਮੈਂ ਗੱਲ ਕਰਾਂ ਕਿ ਅਗਰ ਕਿਸੇ ਸਟੂਡੈਂਟ ਨੇ ਸਾਰੇ ਕੈਨੇਡਾ ਦੇ ਵਿੱਚੋਂ ਸੇਂਟ ਥਾਮਸ ਯੂਨੀਵਰਸਿਟੀ ਨੂੰ ਚੂਜ਼ ਕਰਨਾ ਹੋਵੇ, ਕੀ ਰੀਜ਼ਨ ਹੈ ਜਿਹਦੇ ਕਰਕੇ ਸਟੂਡੈਂਟ ਸੇਂਟ ਥਾਮਸ ਯੂਨੀਵਰਸਿਟੀ ਨੂੰ ਆਪਟ ਕਰੇ? ਇਹ ਬੜਾ ਤੁਸੀਂ ਚੰਗਾ ਕੁਐਸਚਨ ਪੁੱਟ ਕੀਤਾ ਮਿਸਟਰ ਗਿੱਲ। ਸੈਂਟ ਥਾਮਸ ਯੂਨੀਵਰਸਿਟੀ ਕਿਉਂ ਚੂਜ਼ ਕਰੇ, ਉਹਦੇ ਬਹੁਤ ਸਾਰੇ ਕਾਰਨ ਨੇ, ਤੇ ਮੈਂ ਸਾਰੇ ਤਾਂ ਤੁਹਾਨੂੰ ਇੱਥੇ ਆਪਣੇ ਕੋਲ ਟਾਈਮ ਦੀ ਸ਼ਾਰਟੇਜ ਦੇ ਕਾਰਨ ਨਹੀਂ ਡਿਕਲੇਅਰ ਕਰ ਸਕਦਾ, ਬਟ ਯੈਸ ਸੈਂਟ ਥਾਮਸ ਯੂਨੀਵਰਸਿਟੀ ਐਕਸਕਲੂਸਿਵ ਲਿਬਰਲ ਆਰਟ ਫੋਕਸ ਯੂਨੀਵਰਸਿਟੀ ਹੈ, ਜਿਹਦੇ ਪ੍ਰੋਗਰਾਮਸ ਜਿਹੜੇ ਨੇ ਉਹ ਲਿਬਰਲ ਆਰਟ ਫੋਕਸ ਦੇ ਅੰਦਰ ਹਿਊਮੈਨਿਟੀਜ਼ ਤੇ ਸੋਸ਼ਲ ਸਾਇੰਸ ਨੂੰ ਕੈਟਰ ਕਰਦੇ ਨੇ। ਉਸ ਤੋਂ ਬਾਅਦ ਜੇ ਗੱਲ ਕਰੀਏ ਸੈਂਟ ਥਾਮਸ ਯੂਨੀਵਰਸਿਟੀ ਦੀ, ਤੇ ਇੱਕ ਸਟੂਡੈਂਟ ਨੂੰ ਚਾਹੀਦਾ ਹੁੰਦਾ ਵੀ ਵਧੀਆ ਐਜੂਕੇਸ਼ਨ ਦੇ ਨਾਲ ਉਹਨੂੰ ਵਧੀਆ ਕੈਰੀਅਰ ਅਪੋਰਚੁਨਿਟੀਜ਼ ਮਿਲੇ, ਉਹਨੂੰ ਯੂਨੀਵਰਸਿਟੀ ਵੱਲੋਂ ਸਾਰੀ ਸਪੋਰਟ ਚਾਹੀਦੀ ਹੁੰਦੀ ਆ, ਜਿਵੇਂ ਪਾਰਟ ਟਾਈਮ ਜੌਬ ਨੂੰ ਕਹਿ ਕੇ ਜਾਂ ਵਰਕ ਐਕਸਪੀਰੀਅੰਸਿਸ ਨੂੰ ਲੈ ਕੇ। ਤੇ ਸੈਂਟ ਥਾਮਸ ਯੂਨੀਵਰਸਿਟੀ ਉਹ ਸਾਰੀ ਚੀਜ਼ਾਂ ਜਿਹੜੀਆਂ ਨੇ ਬੱਚਿਆਂ ਦੀ ਉਹ ਪਰਫਾਰਮੈਂਸ ਬੇਸ ਦੇ ਉੱਤੇ ਸਾਰੀ ਡਿਲੀਵਰ ਕਰ ਰਹੀ ਹੈ। ਜਿਵੇਂ ਪਾਰਟ ਟਾਈਮ ਜੌਬ ਅਪੋਰਚੁਨਿਟੀਜ਼ ਅਸੀਂ ਆਫਰ ਕਰ ਰਹੇ ਹਾਂ, ਸਕਾਲਰਸ਼ਿਪਸ ਅਸੀਂ ਆਫਰ ਕਰ ਰਹੇ ਹਾਂ, ਦੈਨ ਫੁੱਲ ਟਾਈਮ ਪਲੇਸਮੈਂਟ ਜੌਬ ਐਜੂਕੇਸ਼ਨ ਜੌਬ ਫੇਅਰਸ ਸਾਡੀ ਯੂਨੀਵਰਸਿਟੀ ਦੇ ਵਿੱਚ ਆਰਗੇਨਾਈਜ਼ ਹੁੰਦੇ ਹੈ, ਤੇ ਹਰ ਤਰ੍ਹਾਂ ਦੀ ਸਪੋਰਟ ਅਸੀਂ ਦੇ ਰਹੇ ਹਾਂ। ਜਿਵੇਂ ਬੱਚਾ ਇੰਸਟੀਟਿਊਸ਼ਨ ਦੇ ਅੰਦਰ ਹੈ, ਉਹਨੂੰ ਕੋਈ ਚੀਜ਼ ਨਹੀਂ ਸਮਝ ਆ ਰਹੀ ਜਾਂ ਕੋਈ ਪ੍ਰੋਗਰਾਮ ਦੇ ਵਿੱਚ ਉਹਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਹੈ, ਸਾਡੀ ਪੀਰ ਮੋਨੀਟਰਿੰਗ ਸਿਸਟਮ ਹੈ। ਜਿਵੇਂ ਇੰਗਲਿਸ਼ ਲੈਂਗੁਏਜ ਐਂਡ ਲਿਟਰੇਚਰ ਸਾਡਾ ਇੱਕ ਪ੍ਰੋਗਰਾਮ ਹੈ, ਜਿਹਦੇ ਵਿੱਚ ਜਾਂ ਬੱਚੇ ਨੂੰ ਕੋਈ ਪ੍ਰੋਬਲਮ ਹੈ ਤਾਂ ਆਪਣੇ ਸੀਨੀਅਰ ਤੋਂ ਜਾਂ ਪੀਰ ਮੋਨੀਟਰਿੰਗ ਸੈਂਟਰਸ ਨੇ ਉਹਦੇ ਕੋਲੋਂ ਅਸਿਸਟੈਂਸ ਲੈ ਸਕਦਾ ਹੈ।
ਸਾਡੀ ਰਾਈਟਿੰਗ ਸੈਂਟਰ ਹੈ ਸੈਂਟ ਥਾਮਸ ਯੂਨੀਵਰਸਿਟੀ ਦਾ। ਵੀ ਨੈਵਰ ਕਾਲ ਇਟ ਸੈਂਟ ਥਾਮਸ ਯੂਨੀਵਰਸਿਟੀ, ਵੀ ਕਾਲ ਇਟ STU, the short form of the university, and the students itself starts with STU. So next student may be you. ਦੂਜੀ ਚੀਜ਼ਾਂ ਜਿਵੇਂ ਸਾਡਾ ਰਾਈਟਿੰਗ ਸੈਂਟਰ ਦੇ ਬਾਰੇ ਮੈਂ ਗੱਲ ਕਰ ਰਿਹਾ ਸੀ, ਸਾਡਾ ਰਾਈਟਿੰਗ ਸੈਂਟਰ ਵੀ ਸਾਨੂੰ ਇੱਕ ਐਕਸਕਲੂਸਿਵ ਤੇ ਯੂਨੀਕ ਯੂਨੀਵਰਸਿਟੀ ਬਣਾਉਂਦਾ ਹੈ ਕੈਨੇਡਾ ਦੇ ਵਿੱਚ। ਤੇ ਜਿਉਂ ਜੇ ਸਾਡੇ ਕੋਆਪ ਪਾਰਟਨਰਸ ਨੇ, ਕੋਆਪ ਪਾਰਟਨਰਸ ਐਜ਼ ਇਨ ਜਿਹੜੀਆਂ ਸਾਡੇ ਨਾਲ ਦੀ ਇੰਸਟੀਟਿਊਸ਼ਨਸ ਨੇ, ਜਿਵੇਂ ਇਕਨੋਮਿਕਸ ਦੇ ਬੱਚਿਆਂ ਲਈ ਸਾਡੇ ਕੋਲ ਹਾਰਵਰਡ ਬਿਜ਼ਨਸ ਸਕੂਲ ਹੈ, ਜਰਨਲਿਜ਼ਮ ਦੇ ਬੱਚੇ ਵਾਸਤੇ ਸਾਡੇ ਕੋਲ CNBC ਬ੍ਰੌਡਕਾਸਟਿੰਗ ਨੈਟਵਰਕ ਹੈ, ਲਾਅ ਦੇ ਸਟੂਡੈਂਟ ਵਾਸਤੇ ਸਾਡੇ ਮੂਡ ਕੋਰਟ ਸੈਸ਼ਨਸ ਆਰਗੇਨਾਈਜ਼ ਹੁੰਦੇ ਰਹਿੰਦੇ ਨੇ। ਤੇ ਇਹੋ ਜਿਹੀਆਂ ਬਹੁਤ ਸਾਰੀ ਫੈਸਿਲਿਟੀਜ਼ ਅਸੀਂ ਸਟੂਡੈਂਟ ਨੂੰ ਵੈਰੀ ਅਫੋਰਡੇਬਲ ਐਂਡ ਵੈਰੀ ਰੀਜ਼ਨੇਬਲ ਫੀਸ ਸਟਰਕਚਰ ਦੇ ਵਿੱਚ ਅਸੀਂ ਪ੍ਰੋਵਾਈਡ ਕਰ ਰਹੇ ਹਾਂ, ਸੋ ਡੈਟ no one lack behind the education, ਸਾਰਿਆਂ ਨੂੰ ਸਿੱਖਿਆ ਦਾ ਮੌਕਾ ਮਿਲੇ, ਚੰਗੀ ਓਪਰਚੁਨਿਟੀ ਮਿਲੇ। ਸੋ ਬਹੁਤ ਤਰ੍ਹਾਂ ਦੇ ਵੈਰਾਈਟੀ ਦੇ ਪ੍ਰੋਗਰਾਮਸ ਨੇ। ਆਰਟਸ ਦੇ ਪ੍ਰੋਗਰਾਮ ਹੈਗੇ ਨੇ, ਇਕਨੋਮਿਕਸ ਦਾ ਪ੍ਰੋਗਰਾਮ ਆ ਕਾਮਰਸ ਦੇ ਬੱਚਿਆਂ ਲਈ, ਜਰਨਟੋਲੋਜੀ ਮੈਡੀਕਲ ਵਾਲੇ ਸਟੂਡੈਂਟਸ ਲਈ, ਸੋਸ਼ਲ ਵਰਕ ਮੈਡੀਕਲ ਵਾਲੇ ਸਟੂਡੈਂਟਸ ਲਈ, ਸੋਸ਼ੀਓਲੋਜੀ ਆ, ਸਾਈਕੋਲੋਜੀ ਆ, ਐਂਥਰੋਪੋਲੋਜੀ ਆ, ਹੋਰ ਵੀ ਬਹੁਤ ਤਰ੍ਹਾਂ ਦੇ, ਲਾਅ ਦੀ ਇਹਨਾਂ ਕੋਲ ਬੈਚਲਰਸ ਹੈਗੀ ਆ। ਤੇ ਇਹ ਬਹੁਤ ਤਰ੍ਹਾਂ ਦੇ ਵੈਰਾਈਟੀ ਦੇ ਪ੍ਰੋਗਰਾਮ ਨੇ ਇਸ ਯੂਨੀਵਰਸਿਟੀ ਦੇ ਕੋਲ। ਐਥਲੈਟਿਕਸ ਦੇ ਬਹੁਤ ਸਾਰੇ ਚੰਗੀ ਓਪਰਚੁਨਿਟੀਜ਼ ਨੇ, ਹੋਰ ਐਕਸਟਰਾ ਕਰਿਕੂਲਰ ਐਕਟੀਵਿਟੀ, ਜਿਵੇਂ ਕੋਈ ਬੱਚਾ ਥੀਏਟਰ 'ਚ ਪਾਰਟ ਕਰਦਾ ਵਾ, ਮਿਊਜ਼ਿਕ ਦੇ ਇਹਨਾਂ ਕੋਲ ਪ੍ਰੋਗਰਾਮ ਹੈਗੇ ਨੇ, ਫਾਈਨ ਆਰਟਸ ਦੇ, ਔਰ ਇੱਦਾਂ ਦੀ ਬਹੁਤ ਸਾਰੀਆਂ ਆਪਸ਼ਨਸ ਹੈਗੀਆਂ ਤੁਹਾਡੇ ਕੋਲ। ਯੂਨੀਵਰਸਿਟੀ ਪੜ੍ਹਨ ਦਾ ਇੱਕ ਡਿਫਰੈਂਟ ਹੀ ਇੱਕ ਤੁਸੀਂ ਕਹਿ ਲਓ ਐਕਸਪੀਰੀਅੰਸ ਹੁੰਦਾ ਵਾ। ਮੈਂ ਵੀ ਅਲੱਗ-ਅਲੱਗ ਯੂਨੀਵਰਸਿਟੀ 'ਚ ਪੜ੍ਹਿਆ, ਮੈਂ ਕੈਨੇਡਾ ਦੇ ਵਿੱਚ। ਕਾਲਜ ਔਰ ਯੂਨੀਵਰਸਿਟੀ ਦਾ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੁੰਦਾ। ਯੂਨੀਵਰਸਿਟੀ ਵਿੱਚ ਤੁਸੀਂ ਬਹੁਤ ਵੈਰਾਈਟੀ ਦੀਆਂ ਚੀਜ਼ਾਂ ਹੋਰ ਵੀ ਕਰ ਲੈਂਦੇ ਹੋ, ਔਰ ਉਹਦੇ ਨਾਲ ਤੁਹਾਨੂੰ ਕੇਵਲ ਉਸੇ ਫੀਲਡ ਦੇ ਵਿੱਚ ਬਹੁਤ ਤਰ੍ਹਾਂ ਦਾ ਸਕੋਪ ਅੱਗੇ ਨਜ਼ਰ ਆ ਜਾਂਦਾ ਵਾ। ਇਮੀਗ੍ਰੇਸ਼ਨ ਦੀ ਮੈਂ ਗੱਲ ਕਰਾਂ, ਖਾਸ ਤੌਰ 'ਤੇ ਨਿਊ ਬ੍ਰੰਜ਼ਵਿਕ ਦੇ ਵਿੱਚ ਬਹੁਤ ਤਰ੍ਹਾਂ ਦੀ ਚੰਗੀਆਂ ਆਪਸ਼ਨਸ ਅਵੇਲੇਬਲ ਨੇ। ਥਰੂ ਅਟਲਾਂਟਿਕ ਇਮੀਗ੍ਰੇਸ਼ਨ ਪਾਇਲਟ ਪ੍ਰੋਜੈਕਟ ਦੇ ਥਰੂ ਵੀ ਤੁਸੀਂ ਇਮੀਗ੍ਰੇਟ ਕਰ ਸਕਦੇ ਹੋ। ਨਿਊ ਬ੍ਰੰਜ਼ਵਿਕ ਦਾ PNP ਪ੍ਰੋਗਰਾਮ ਆ, ਜਿਹਦੇ ਥਰੂ ਵੀ ਬਹੁਤ ਸਾਰੇ ਬੱਚੇ ਰੈਗੂਲਰਲੀ ਉੱਥੇ PR ਲੈਂਦੇ ਨੇ। ਔਰ ਹੁਣ ਇੱਕ ਨਵਾਂ ਪਾਇਲਟ ਪ੍ਰੋਜੈਕਟ ਵੀ ਉਹਨਾਂ ਨੇ ਸਟਾਰਟ ਕਰ ਰਹੇ ਨੇ 1 ਅਪ੍ਰੈਲ ਤੋਂ, ਉਹਦੇ 'ਚ ਵੀ ਬਹੁਤ ਸਾਰੇ ਬੱਚੇ ਕੁਆਲੀਫਾਈ ਕਰਨਗੇ। ਸੋ ਨਾ ਸਿਰਫ ਤੁਹਾਨੂੰ ਇੱਕ ਚੰਗੀ ਪੜ੍ਹਾਈ ਮਿਲ ਰਹੀ ਹੈ ਸਰਕਾਰੀ ਯੂਨੀਵਰਸਿਟੀ ਦੇ ਵਿੱਚ, ਗਵਰਨਮੈਂਟ ਯੂਨੀਵਰਸਿਟੀ ਜਿਹੜੀ 110 ਸਾਲ ਪੁਰਾਣੀ ਆ, ਔਰ ਅਫੋਰਡੇਬਲ ਫੀਸ ਆ, ਨਾਲ ਤੁਹਾਨੂੰ ਸਕਾਲਰਸ਼ਿਪ ਦੀ ਆਪਸ਼ਨ ਮਿਲਦੀਆਂ ਨੇ, ਪੇਡ ਇੰਟਰਨਸ਼ਿਪ ਆ ਹਰ ਪ੍ਰੋਗਰਾਮ ਦੇ ਵਿੱਚ। ਇਸ ਤੋਂ ਇਲਾਵਾ ਤੁਹਾਨੂੰ ਪੜ੍ਹਾਈ ਖਤਮ ਹੋਣ ਤੋਂ ਬਾਅਦ ਤੁਹਾਨੂੰ ਕੈਨੇਡਾ ਦੇ ਵਿੱਚ ਈਜ਼ੀ ਤਰੀਕੇ ਨਾਲ PR ਹੋਣ ਦੇ ਵੀ ਬਹੁਤ ਸਾਰੇ ਮੌਕੇ ਮਿਲ ਰਹੇ ਨੇ। ਤੁਸੀਂ ਫਰਦਰ ਕੋਈ ਇਨਫੋਰਮੇਸ਼ਨ ਚਾਹੁੰਦੇ ਹੋ, ਜ਼ਰੂਰ ਸਾਡੇ ਨਾਲ ਤੁਸੀਂ ਕੰਟੈਕਟ ਕਰ ਸਕਦੇ। ਸਾਡੇ ਨੰਬਰ ਸਾਹਮਣੇ ਡਿਸਪਲੇ ਹੋ ਰਹੇ ਨੇ। ਔਰ ਸੇਂਟ ਥਾਮਸ ਯੂਨੀਵਰਸਿਟੀ ਬਾਰੇ ਕੋਈ ਵੀ ਹੋਰ ਇਨਫੋਰਮੇਸ਼ਨ ਆ, ਤੁਸੀਂ ਸਾਡੇ ਨਾਲ ਜ਼ਰੂਰ ਆ ਕੇ ਮਿਲ ਸਕਦੇ ਹੋ। ਥੈਂਕ ਯੂ ਰਿੰਦਰ ਕੁਮਾਰ ਜੀ ਤੁਹਾਡਾ ਆਉਣ ਲਈ। ਥੈਂਕ ਯੂ ਮਿਸਟਰ ਗਿੱਲ ਫॉर ਇਨਵਾਈਟਿੰਗ ਅਸ, ਐਂਡ ਸਾਰੇ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਧੰਨਵਾਦ ਸਾਡਾ ਪ੍ਰੋਗਰਾਮ ਸੁਣਨ ਵਾਸਤੇ ਤੇ ਸਾਡੇ ਵਾਸਤੇ ਟਾਈਮ ਕੱਢਣ ਵਾਸਤੇ। ਉਮੀਦ ਕਰਦਾ ਸਾਰੇ ਚੰਗੇ ਹੋਣਗੇ ਤੇ ਧਿਆਨ ਰੱਖੋ ਆਪਣਾ ਸਾਰਾ। ਸਟੇ ਸੇਫ, ਸਟੇ ਹੈਲਦੀ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ।